ਰਾਮ ਸਰੂਪਣਖੀ ਦੀ ਕਹਾਣੀ ਹੈ ਬਾਕੀ ਭੁੱਖ। ਸਕੂਲ ਦੇ ਪਿਛਲੇ ਗੇਟ ਵੱਲ ਕਾਲ ਨਾਲ ਜਾ ਰਿਹਾ ਸਾਂ। ਲੱਗਿਆ ਜਿਵੇਂ ਪਿੱਛੋਂ ਕਿਸੇ ਨੇ ਹਾਕ ਮਾਰੀ ਹੋਵੇ। ਮਾਸਟਰ ਜੀ ਕਹਿ ਕੇ। ਆਵਾਜ਼ ਉੱਚੀ ਸੀ, ਨਹੀਂ ਤਾਂ ਜਵਾਕਾਂ ਦੇ ਰੌਲੇ 'ਚ ਮੈਨੂੰ ਉਹਦੀ ਹਾਕ ਸੁਣਨੀ ਨਹੀਂ ਸੀ। ਇਸ ਤਿਕੋਨੀ ਸੜਕ ਉੱਤੇ 3 ਸਕੂਲਾਂ ਦੇ ਬੱਚਿਆਂ ਦਾ ਇਕੱਠ ਹਮੇਸ਼ਾ ਰਹਿੰਦਾ ਹੈ। ਸਵੇਰੇ ਸਕੂਲ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਸ਼ਾਮ ਸਕੂਲਾਂ ਦੇ ਬੰਦ ਹੋਣ ਤੱਕ। ਇੱਕ ਸਾਡਾ ਸਰਕਾਰੀ ਸਕੂਲ ਤੇ 2 ਮਾਡਲ ਸਕੂਲ। ਤਿਕੋਨੀ ਉੱਤੇ ਸਕੂਲੀ ਬੱਚਿਆਂ ਦੀ ਗਾਹਕੀ ਭੁਗਤਾਉਂਦੀਆਂ 6-7 ਦੁਕਾਨਾਂ ਹਨ। ਇਹਨਾਂ ਦੁਕਾਨਾਂ ਤੋਂ ਕਾਪੀਆਂ, ਕਿਤਾਬਾਂ ਤੇ ਹੋਰ ਕਾਗਜ਼ਾਂ, ਪੈਨਸਿਲਾਂ ਤੋਂ ਇਲਾਵਾ ਟੌਫੀਆਂ, ਬਿਸਕੁਟ, ਇਮਲੀ ਆਦਿ ਸਭ ਮਿਲਦਾ ਹੈ। ਸਰਕਾਰੀ ਸਕੂਲ ਦੇ ਗੇਟ ਅੱਗੇ ਰੇਹੜੀਆਂ ਖੜ੍ਹਦੀਆਂ ਹਨ, ਜਿਨ੍ਹਾਂ ਤੋਂ ਮੂੰਗਫਲੀਆਂ, ਨਮਕੀਨ ਤੇ ਮਿੱਠੀਆਂ ਚੀਜ਼ਾਂ ਬੱਚੇ ਖਰੀਦਦੇ ਹਨ। ਇੱਕ ਪਾਸੇ ਝਾੜੀਆਂ ਦੇ ਬੇਰਾਂ ਦੀ ਰੇਹੜੀ ਹੈ। ਸੜਕ ਉੱਤੇ ਭੁੰਜੇ 2 ਔਰਤਾਂ ਬੇਰੀ ਦੇ ਕੱਚੇ ਬੇਰਾਂ ਦੀਆਂ ਢੇਰੀਆਂ ਲਾਈ ਬੈਠੀਆਂ ਹਨ। ਬੱਚੇ ਖੱਟੇ ਬੇਰਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਕਾਰਕ ਦੀ ਗੋਲੀ ਵਾਲੇ ਪਿਸਤੌਲ ਦਾ ਨਿਸ਼ਾਨਾ ਲਵਾਉਣ ਵਾਲਾ ਬੁੱਢਾ ਫੌਜੀ ਵੀ ਖੜਾ ਹੈ। ਇੱਕ ਹੋਰ ਹੈ, ਨਕਸ਼ਾ ਜਿਹਾ ਵਿਛਾ ਕੇ ਬੈਠਾ ਹੋਇਆ। ਮੁੰਡੇ ਇੱਥੋਂ ਪੁੜੀਆਂ ਖਿੱਚ ਕੇ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ। ਇਹ ਨਹੀਂ ਕਿ ਸਕੂਲ ਲੱਗਣ ਵੇਲੇ ਅੱਧੀ ਛੁੱਟੀ ਵਕਤ ਜਾਂ ਸਾਰੀ ਛੁੱਟੀ ਹੋਣ ਤੇ ਤਿਕੋਨੀ ਦਾ ਕਾਰੋਬਾਰ ਚੱਲਦਾ ਹੋਵੇ। 3 ਸਕੂਲਾਂ ਦੇ ਬੱਚੇ ਹਰ ਵੇਲੇ ਹੀ ਆਉਂਦੇ ਜਾਂਦੇ ਰਹਿੰਦੇ ਹਨ। ਉਹ ਤਾਂ 1 ਨੰਬਰ 2 ਨੰਬਰ ਦੀ ਛੁੱਟੀ ਲੈ ਕੇ ਇੱਧਰ ਆ ਵੜਦੇ ਹਨ ਜਾਂ ਉਂਝ ਕਲਾਸਾਂ ਛੱਡ ਕੇ ਭੱਜੇ ਜੀਬ ਦੇ ਚਟੂਰੇ। ਉਹ ਕਿਤਾਬਾਂ ਦੀ ਦੁਕਾਨ ਅੱਗੇ ਰਿਕਸ਼ਾ 'ਚ ਬੈਠਾ ਸੀ। ਪਿਛਾਂ ਮੁੜ ਕੇ ਮੈਂ ਝਾਕਿਆ ਤਾਂ ਉਹਨੇ ਆਪਣੀ ਬਾਂਹ ਖੜੀ ਕਰ ਦਿੱਤੀ। ਇਹ ਤਾਂ ਵਿਦਿਆਚਰਨ ਹੈ। ਮੈਂ ਉਹਨੂੰ ਝੱਟ ਪਹਿਚਾਣ ਲਿਆ ਤੇ ਆਪਣਾ ਸਾਈਕਲ ਮੋੜ ਕੇ ਉਹਦੇ ਕੋਲ ਚਲਾ ਗਿਆ। ਉਹਨੇ ਮੈਨੂੰ ਨਮਸਕਾਰ ਕੀਤਾ। ਉਹ ਮੂੰਹੋਂ ਨਹੀਂ ਬੋਲਿਆ, ਬਸ ਆਪਣਾ ਹੱਥ ਤੇਜ਼ੀ ਨਾਲ ਮੱਥੇ ਨੂੰ ਲਾਇਆ। ਨਮਸਕਾਰ ਕਰਨ ਦਾ ਉਹਦਾ ਇਹ ਪੁਰਾਣਾ ਅੰਦਾਜ਼ ਸੀ। ਉਹਨਾਂ ਦੇ ਪਿੰਡ ਜਦੋਂ ਮੈਂ ਸਕੂਲ ਮਾਸਟਰ ਸੀ, ਸਕੂਲ ਸਾਹਮਣੇ ਹੀ ਉਹਦੀ ਦੁਕਾਨ ਸੀ। ਨਿੱਕੀ ਜਿਹੀ ਦੁਕਾਨ, ਉਸ 'ਚ ਬਹੁਤ ਥੋੜ੍ਹਾ ਸੌਦਾ ਹੁੰਦਾ। ਸਸਤੀ ਕਿਸਮ ਦੀਆਂ ਮਿੱਠੀਆਂ ਗੋਲੀਆਂ, ਨਮਕੀਨ, ਪਕੌੜੀਆਂ, ਕਾਲੀ ਸਿਆਹੀ ਦੀਆਂ ਪੁੜੀਆਂ, ਖੱਟ ਮਿੱਠਾ ਚੂਰਨ ਤੇ ਅਜਿਹੀਆਂ ਹੀ 5-4 ਹੋਰ ਚੀਜ਼ਾਂ। ਵਿਦਿਆਚਰਨ ਦੇ ਕੰਨ ਖਰਾਬ ਸਨ। ਉਹਨੂੰ ਉੱਚਾ ਸੁਣਦਾ, ਇਸ ਕਰਕੇ ਉਹ ਇਸ਼ਾਰਿਆਂ ਨਾਲ ਗੱਲ ਕਰਦਾ। ਉਹਦੀ ਪਿੱਠ ਦਾ ਕੁੱਬ ਨਿਕਲਿਆ ਹੋਇਆ ਸੀ। ਤੁਰਦਾ ਤਾਂ ਲੱਗਦਾ ਜਿਵੇਂ ਉਹਦੀ ਇੱਕ ਲੱਤ ਛੋਟੀ ਹੋਵੇ। ਉਹਦੀ ਦੁਕਾਨ ਤੇ ਕੋਈ ਸੌਦਾ ਲੈਣ ਜਾਂਦਾ। ਉਹ 7-8 ਜਮਾਤਾਂ ਪੜ੍ਹਿਆ ਹੋਇਆ ਸੀ। ਉਹਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਕਿਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਲੇਖਕਾਂ ਤੇ ਕਿਤਾਬਾਂ ਛਾਪਦਾ। ਉਹਦੀ ਦੁਕਾਨ ਤੇ ਜਾਣ ਵਾਲੇ ਮੁੰਡਿਆਂ ਨੇ ਦੱਸਿਆ ਹੋਵੇਗਾ, ਜਾਂ ਸ਼ਾਇਦ ਮੇਰੇ ਕਿਸੇ ਸਾਥੀ ਅਧਿਆਪਕ ਨੇ ਉਹਦੇ ਕੋਲ ਗੱਲ ਕਰ ਦਿੱਤੀ ਹੋਵੇ। ਜਦੋਂ ਕਦੇ ਮੈਂ ਉਹਦੀ ਨਿਗਾਹ ਪੈ ਜਾਂਦਾ ਤੇ ਸਾਡੀ ਅੱਖ ਲੜਦੀ ਤਾਂ ਮੈਨੂੰ ਨਮਸਕਾਰ ਕਰਦਾ। ਮੂੰਹੋਂ ਨਾ ਬੋਲਦਾ, ਬਸ ਮੱਥੇ ਨੂੰ ਹੱਥ ਲਾਉਂਦਾ ਝਟਕਾ ਜਿਹਾ ਮਾਰ ਕੇ, ਤੇ ਫਿਰ ਮੇਰੇ ਵੱਲ ਝਾਕਦਾ ਰਹਿੰਦਾ ਜਿਵੇਂ ਉਹਨੇ ਮੈਨੂੰ ਕੁਝ ਕਹਿਣਾ ਹੋਵੇ। ਇੱਕ ਦਿਨ ਮੈਂ ਉਹਦੇ ਕੋਲ ਜਾ ਕੇ ਉਹਦੀ ਗੱਲ ਸੁਣੀ। ਉਹਨੇ ਪੁੱਛਿਆ, ਤੁਸੀਂ ਮਾਸਟਰ ਜੀ ਕਿਤਾਬਾਂ ਛਾਪਦੇ ਹੋ? ਨਹੀਂ, ਮੈਂ ਲਿਖਦਾ ਕਿਤਾਬਾਂ, ਛਾਪਦਾ ਤਾਂ ਕੋਈ ਹੋਰ ਹੈ। ਅੱਛਾ ਜੀ, ਤੁਸੀਂ ਆਪ ਲਿਖਦੇ ਹੋ ਕਿਤਾਬ? ਉਹਦੇ ਚਿਹਰੇ ਉੱਤੇ ਮੁਸਕਰਾਹਟ ਦਾ ਰੰਗ ਉਗੜਿਆ। ਉਂਝ ਇਹ ਚਿਹਰੇ ਵਰਗਾ ਕੋਈ ਚਿਹਰਾ ਨਹੀਂ ਸੀ। ਮੁਸਕਰਾਹਟ ਵਰਗੀ ਕੋਈ ਮੁਸਕਰਾਹਟ ਨਹੀਂ ਸੀ। ਉਹਦਾ ਮੱਥਾ ਛੋਟਾ, ਅੱਖਾਂ ਰੀਠੇ ਜਿਹੀਆਂ, ਗੱਲਾਂ ਪਿਚਕੀਆਂ ਹੋਈਆਂ, ਠੋਡੀ ਲੰਮੀ ਤੇ ਨੱਕ ਦੀ ਕੁੰਬਲੀ ਬੈਠਵੀਂ ਸੀ। ਦੇਖਣ 'ਚ ਬੈਠਾ ਉਹ ਬਾਂਦਰ ਜਿਹਾ ਲੱਗਦਾ। ਦੰਦਾਂ ਤੋਂ ਬੁੱਲ ਪਰੇ ਹਟਾ ਲੈਂਦਾ ਤਾਂ ਲੱਗਦਾ ਜਿਵੇਂ ਹੱਸ ਰਿਹਾ। ਬੁੱਲ ਮੀਚ ਲੈਂਦਾ ਲੱਗਦਾ ਜਿਵੇਂ ਰੋ ਪਏਗਾ। ਹੁਣ ਜਦੋਂ ਮੁਸਕਰਾਇਆ ਤਾਂ ਬਸ ਬੁੱਲਾਂ ਨੂੰ ਦੰਦਾਂ ਤੋਂ ਥੋੜ੍ਹਾ ਪਰੇ ਹਟਾ ਦਿੱਤਾ। ਤੂੰ ਪੜ੍ਹੀ ਹੈ ਕਦੇ ਕੋਈ ਕਿਤਾਬ? ਮੈਂ ਸਵਾਲ ਕੀਤਾ। ਹਾਂਜੀ, ਮੈਂ ਤਾਂ ਬਹੁਤ ਪੜ੍ਹਦਾ ਕਿਤਾਬਾਂ। ਆਹ ਦੇਖੋ। ਉਹਨੇ ਮੈਨੂੰ ਬੰਦ ਅਲਮਾਰੀ 'ਚੋਂ ਕੱਢ ਕੇ ਇੱਕ ਪੇਪਰ ਬੈਗ ਕਿਤਾਬ ਦਿਖਾਈ। ਇਹ ਹਿੰਦੀ ਦਾ ਇੱਕ ਜਾਸੂਸੀ ਨਾਵਲ ਸੀ। ਵਿਦਿਆਚਰਨ ਉੱਤੇ ਮੈਨੂੰ ਹਾਸਾ ਆਇਆ ਤੇ ਤਰਸ ਵੀ। ਦੁਕਾਨ ਦਾ ਸੌਦਾ ਇਹ ਕੀ ਵੇਚਦਾ ਹੋਏਗਾ? ਇਸ ਕਿਸਮ ਦੇ ਨਾਵਲ ਪੜ੍ਹਦਾ ਰਹਿੰਦਾ। ਮੈਂ ਉਹਨੂੰ ਸੁਝਾਅ ਦਿੱਤਾ, ਤੂੰ ਚੰਗੀਆਂ ਕਿਤਾਬਾਂ ਪੜ੍ਹਿਆ ਕਰ ਜਿਨ੍ਹਾਂ ਦਾ ਆਮ ਸਮਾਜਿਕ ਜੀਵਨ ਨਾਲ ਸੰਬੰਧ ਹੋਵੇ। ਕਿਵੇਂ ਜੀ? ਮੇਰੀ ਗੱਲ ਉਹਦੇ ਦਿਮਾਗ 'ਚ ਨਹੀਂ ਬੈਠੀ ਹੋਏਗੀ। ਮੈਂ ਕਿਹਾ, ਤੈਨੂੰ ਮੈਂ ਲਿਆ ਕੇ ਦੇਵਾਂਗਾ ਕੋਈ ਕਿਤਾਬ, ਉਹ ਪੜ੍ਹੀ। ਮੇਰੀ ਇਸ ਗੱਲ ਉੱਤੇ ਉਹਨੇ ਫਿਰ ਆਪਣੇ ਬੁੱਲ ਦੰਦਾਂ ਤੋਂ ਪਰੇ ਹਟਾਏ ਤੇ ਫਿਰ ਮੈਂ ਉਹਨੂੰ ਸਕੂਲ ਲਾਇਬ੍ਰੇਰੀ 'ਚੋਂ ਕਢਵਾ ਕੇ ਕੁਲਵੰਤ ਸਿੰਘ ਵਿਰਕ ਦਾ ਇੱਕ ਕਹਾਣੀ ਸੰਗ੍ਰਹਿ ਦਿੱਤਾ। ਦੂਜੇ ਦਿਨ ਉਹ ਕਹਿੰਦਾ, ਇਹ ਤਾਂ ਛੇਤੀ ਮੁੱਕ ਜਾਂਦੀਆਂ ਨੇ, ਕੋਈ ਲੰਮੀ ਚੀਜ਼ ਹੋਵੇ। ਮੈਂ ਸਮਝ ਗਿਆ ਉਹਨੂੰ ਨਾਵਲ ਪੜ੍ਹਨ ਦੀ ਆਦਤ ਹੈ। ਮੈਂ ਉਹਨੂੰ ਨਾਨਕ ਸਿੰਘ ਦਾ ਨਾਵਲ ਲਿਆ ਦਿੱਤਾ। ਉਹਨੇ ਪੜ੍ਹ ਲਿਆ। ਫਿਰ ਮੈਂ ਉਹਨੂੰ ਜਸਵੰਤ ਸਿੰਘ ਕੰਵਲ, ਸੁਖਬੀਰ ਤੇ ਗੁਰਦਿਆਲ ਸਿੰਘ ਦੇ 3 ਨਾਵਲ ਇਕੱਠੇ ਕਢਵਾ ਕੇ ਦਿੱਤੇ। ਉਹ ਪੜ੍ਹਦਾ ਰਹਿੰਦਾ। ਮੈਨੂੰ ਖੁਸ਼ੀ ਹੋ ਰਹੀ ਸੀ ਕਿ ਉਹ ਸਾਹਿਤਿਕ ਪੁਸਤਕਾਂ ਪੜ੍ਹਦਾ ਹੈ। ਸਕੂਲ ਦੇ ਸੜਿਆਂਦ ਭਰੇ ਮਾਹੌਲ ਵਿੱਚ ਇੱਕ ਪਾਠਕ ਤਾਂ ਮਿਲਿਆ। ਮੈਨੂੰ ਉਹਦੇ ਨਾਲ ਉਣਸ ਹੋ ਗਈ। ਸਕੂਲ ਦੇ ਮੁੰਡੇ ਕੁੜੀਆਂ ਨੂੰ ਮੈਂ ਸੁਝਾਅ ਦਿੰਦਾ ਕਿ ਉਹ ਵਿਦਿਆ
ਚਰਨ ਦੀ ਦੁਕਾਨ ਤੋਂ ਚੀਜ਼ਾਂ ਲੈ ਕੇ ਆਇਆ ਕਰਨ। ਉਹ ਠੀਕ ਰੇਟ ਲਾਉਂਦਾ ਹੈ ਤੇ ਉਹਦੀਆਂ ਚੀਜ਼ਾਂ ਦੂਜੇ ਦੁਕਾਨਦਾਰਾਂ ਨਾਲੋਂ ਖਰੀਆਂ ਹੁੰਦੀਆਂ ਹਨ। ਦਿਨਾਂ 'ਚ ਹੀ ਉਹਦਾ ਸੌਦਾ ਵਿਕਣ ਲੱਗ ਪਿਆ। ਬਾਣੀਆਂ ਪੁੱਤ ਤਾਂ ਉਹ ਸੀ ਹੀ, ਉਹਨੇ ਆਪਣੀ ਦੁਕਾਨ ਦਾ ਕੰਮ ਵਧਾ ਲਿਆ। ਜਿਹੜੇ ਨਾਵਲ ਮੈਂ ਉਹਨੂੰ ਦਿੱਤੇ ਸਨ ਉਹਨੇ ਉਹ ਤਿੰਨੇ ਪੜ੍ਹ ਲਏ। ਪਰ ਕਹਿਣ ਲੱਗਿਆ ਕਿਤਾਬਾਂ ਤਾਂ ਇਹ ਚੰਗੀਆਂ ਨੇ ਮਾਸਟਰ ਜੀ, ਪਰ ਹੌਲੀ ਹੌਲੀ ਤੁਰਦੀਆਂ ਨੇ। 10 ਦਿਨ ਲਾ ਕੇ ਮਸਾਂ ਪੜ੍ਹੀਆਂ ਮੈਂ ਤਾਂ, ਨਹੀਂ ਤਾਂ ਐਡੇ ਐਡੇ 3 ਨਾਵਲ ਮੇਰੀ 2 ਦਿਨਾਂ ਦੀ ਮਾਰ ਹੁੰਦੇ ਨੇ। ਤੈਨੂੰ ਪੰਜਾਬੀ ਘੱਟ ਪੜ੍ਹਨੀ ਆਉਂਦੀ ਹੋਊਗੀ। ਨਹੀਂ ਜੀ, ਇਹ ਗੱਲ ਨਹੀਂ, ਹਿੰਦੀ ਪੰਜਾਬੀ ਇੱਕੋ ਜਿੰਨੀ ਆਉਂਦੀ ਹੈ ਮੈਨੂੰ। ਪਰ ਇਹ ਨਾਵਲ ਨਾਲੇ ਇਹਨਾਂ 'ਚ ਤਾਂ ਆਮ ਜੀਆਂ ਹੀ ਗੱਲਾਂ ਸੀ, ਇਹ ਤਾਂ ਆਪਾਂ ਨਿੱਤ ਹੁੰਦਾ ਦੇਖਦੇ ਆ। ਬਸ ਇਹੀ ਜ਼ਿੰਦਗੀ ਹੈ, ਅਸਲੀ ਜ਼ਿੰਦਗੀ। ਤੂੰ ਜਿਹੜੇ ਨਾਵਲ ਪਹਿਲਾਂ ਪੜ੍ਹਦਾ ਰਿਹਾ ਨਾ, ਉਹ ਤਾਂ ਹਵਾਈ ਕਿਲੇ ਹੁੰਦੇ ਹੈ, ਜ਼ਿੰਦਗੀ ਤੋਂ ਦੂਰ ਦੀ ਚੀਜ਼। ਬੱਸਾਂ ਗੱਡੀਆਂ 'ਚ ਸਫ਼ਰ ਕੱਟੀ ਦਾ ਸਸਤਾ ਮਨੋਰੰਜਨ। ਉਹ ਛੱਡ ਕੇ ਹੁਣੇ ਕਿਤਾਬਾਂ ਪੜ੍ਹਿਆ ਕਰ ਜਿਹੜੀਆਂ ਮੈਂ ਤੈਨੂੰ ਦਿੱਤੀਆਂ। ਉਹ ਚੁੱਪ ਹੋ ਗਿਆ। ਮੈਂ ਦੇਖਿਆ ਇਸ ਵਾਰ ਵੀ ਉਹਨੇ ਦੰਦਾਂ ਤੋਂ ਬੁੱਲ ਹਟਾਏ। ਉਹਦੇ ਇਸ ਹੁੰਗਾਰੇ ਤੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਉਹਨੂੰ ਸਕੂਲ ਲਾਇਬ੍ਰੇਰੀ ਵਿੱਚੋਂ ਨਾਵਲ ਕਢਵਾ ਕੇ ਦੇ ਦਿੰਦਾ। ਉਹ ਪੜ੍ਹਦਾ ਰਹਿੰਦਾ, ਮੋੜ ਦਿੰਦਾ, ਹੋਰ ਨਾਵਲ ਮੰਗਦਾ। ਉਹਦੀ ਦੁਕਾਨ ਵੀ ਚੰਗੀ ਚੱਲ ਨਿਕਲੀ। ਫਿਰ 1 ਸਾਲ ਬਾਅਦ ਮੇਰੀ ਉੱਥੋਂ ਬਦਲੀ ਹੋ ਗਈ। ਕੋਈ 2 ਕੁ ਸਾਲਾਂ ਬਾਅਦ ਮੈਂ ਉਸ ਪਿੰਡ ਗਿਆ ਤਾਂ ਸੁਣਿਆ ਕਿ ਵਿਦਿਆਚਰਨ ਨੇ ਸਕੂਲ ਅੱਗੇ ਪੁਰਾਣੀ ਦੁਕਾਨ ਛੱਡ ਕੇ ਇੱਕ ਵੱਡੀ ਦੁਕਾਨ ਲੈ ਲਈ ਹੈ। ਹੁਣ ਉਹਦੀ ਦੁਕਾਨ ਪੂਰੇ ਜ਼ੋਰ ਸ਼ੋਰ ਨਾਲ ਚੱਲਦੀ ਹੈ। ਉਹ ਕੋਰਸ ਦੀਆਂ ਕਿਤਾਬਾਂ ਤੇ ਕੁੰਜੀਆਂ ਵੀ ਰੱਖਦਾ ਹੈ। ਵਿਦਿਆਰਥੀਆਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ, ਉਹਦੀ ਦੁਕਾਨ ਤੋਂ ਸਭ ਮਿਲ ਜਾਂਦਾ ਹੈ। ਸਾਥੀ ਅਧਿਆਪਕਾਂ ਨਾਲ ਗੱਪ-ਸ਼ੱਪ ਮਾਰ ਕੇ ਮੈਂ ਵਿਦਿਆਚਰਨ ਦੀ ਦੁਕਾਨ ਅੱਗੇ ਜਾ ਖੜਾ। ਉਹ ਖਿੜ ਉੱਠਿਆ ਤੇ ਕਾਹਲ ਨਾਲ ਤੁਰ ਕੇ ਮੇਰੇ ਕੋਲ ਆ ਗਿਆ। ਮੱਥੇ ਨੂੰ ਝਟਕੇ ਨਾਲ ਹੱਥ ਲਾਉਣ ਦਾ ਕੰਮ ਉਹਨੇ ਪਹਿਲਾਂ ਹੀ ਮੁਕਾ ਦਿੱਤਾ ਸੀ। ਉਹਨੇ ਮੇਰੀ ਬਾਂਹ ਫੜੀ ਤੇ ਦੁਕਾਨ ਅੰਦਰ ਲੈ ਵੜਿਆ। ਮੈਨੂੰ ਕੁਰਸੀ ਉੱਤੇ ਬਿਠਾ ਲਿਆ, ਆਪ ਇੱਕ ਸਟੂਲ ਤੇ ਬੈਠ ਗਿਆ। ਕਾਊਂਟਰ ਦੇ ਦਰਾਜ਼ 'ਚੋਂ ਉਹਨੇ ਇੱਕ ਮਸ਼ੀਨ ਜੀ ਕੱਢੀ, ਫਿਰ ਉਹਦੇ 'ਚ 2 ਬੈਟਰੀ ਸੈੱਲ ਪਾਏ ਤੇ ਮਸ਼ੀਨ ਦੀਆਂ ਟੂਟੀਆਂ ਕੰਨਾਂ ਨੂੰ ਲਾ ਲਈਆਂ। ਕਹਿੰਦਾ ਹੁਣ ਕਰੋ ਗੱਲ। ਮੈਨੂੰ ਪੂਰਾ ਸੁਣਦਾ ਹੁਣ। ਫਿਰ ਪੁੱਛਣ ਲੱਗਿਆ ਕੀ ਪੀਓਗੇ, ਚਾਹ ਜਾਂ ਠੰਡਾ? ਉਹਦੀ ਦੁਕਾਨ 'ਚ 4 ਖੁੱਲੀਆਂ ਅਲਮਾਰੀਆਂ ਸਨ, ਸ਼ੈਲਫਾਂ ਵਾਲੀਆਂ, ਕਿਤਾਬਾਂ ਤੇ ਕਾਪੀਆਂ ਨਾਲ ਭਰੀਆਂ ਹੋਈਆਂ। ਕਈ ਮੇਜ਼ਾਂ ਤੇ ਬੈਂਚਾਂ ਉੱਤੇ ਹੋਰ ਬਹੁਤ ਸਮਾਨ ਪਿਆ ਸੀ। ਮੈਨੂੰ ਪ੍ਰਸੰਨਤਾ ਹੋਈ ਕਿ ਵਿਦਿਆਚਰਨ ਇੰਨੀ ਤਰੱਕੀ ਕਰ ਗਿਆ। ਮੈਂ ਕਿਹਾ ਹੁਣ ਤਾਂ ਪੂਰੀ ਚੜ੍ਹਤ ਹੈ ਵਿਦਿਆਚਰਨ ਤੇਰੀ। ਹਾਂਜੀ, ਤੁਹਾਡੀ ਕਿਰਪਾ ਹੈ ਮਾਸਟਰ ਜੀ। ਹੁਣ ਮੈਂ ਉਸ ਨਾਲ ਬਹੁਤ ਗੱਲਾਂ ਕਰ ਸਕਦਾ ਸੀ, ਨਹੀਂ ਤਾਂ ਪਹਿਲਾਂ ਜਦੋਂ ਮੈਂ ਇੱਥੇ ਹੁੰਦਾ ਉਹਦੇ ਕੋਲੋਂ ਸੁਣਨ ਵਾਲਾ ਯੰਤਰ ਨਹੀਂ ਸੀ। ਮੈਨੂੰ ਬਹੁਤ ਉੱਚੀ ਬੋਲਣਾ ਪੈਂਦਾ। ਇਸ਼ਾਰਿਆਂ ਨਾਲ ਕਿੰਨੀਆਂ ਕੁ ਤੇ ਕੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਉੱਚਾ ਬੋਲ ਮੈਂ ਥੱਕ ਜਾਂਦਾ। ਦੁਕਾਨ ਦੀਆਂ ਗੱਲਾਂ ਮੁਕਾ ਕੇ ਫਿਰ ਮੈਂ ਉਹਨੂੰ ਕਿਤਾਬਾਂ ਪੜ੍ਹਨ ਬਾਰੇ ਪੁੱਛਿਆ। ਉਹ ਕਹਿੰਦਾ ਤੁਹਾਡੇ ਵੇਲੇ ਤਾਂ ਇਹ ਸਕੂਲ ਵਾਲੇ ਕਿਤਾਬਾਂ ਦੇ ਦਿੰਦੇ ਸੀ, ਹੁਣ ਮੇਰੀ ਕੁਛ ਨਫ਼ਰਤ ਜੀ ਮੰਨਦੇ ਆ। ਮਾਸਟਰ ਜੀ, ਭੈਣ ਜੀ ਜਿਹਦੇ ਕੋਲ ਲਾਇਬ੍ਰੇਰੀ ਆਖੂਗੀ ਮੈਂ ਤਾਂ ਚਾਬੀਆਂ ਘਰੇ ਭੁੱਲ ਆਈ ਅਲਮਾਰੀ ਦੀਆਂ। ਕਦੇ ਕਹੂਗੀ ਕੱਲ ਨੂੰ ਆਈ, ਇੱਕ ਦਿਨ ਕਹਿੰਦੀ ਤੈਨੂੰ ਨਹੀਂ ਮਿਲ ਸਕਦੀਆਂ ਕਿਤਾਬਾਂ, ਤੂੰ ਕਿਹੜਾ ਸਕੂਲ ਦਾ ਆਦਮੀ ਹੈ। ਮੈਨੂੰ ਸਕੂਲ ਲਾਇਬ੍ਰੇਰੀਅਨ ਉੱਤੇ ਹਾਸਾ ਆਇਆ। ਮਾਸਟਰ ਤੇ ਮੁੰਡੇ ਕੁੜੀਆਂ ਕਿਤਾਬਾਂ ਪੜ੍ਹਦੇ ਨਹੀਂ, ਤੇ ਜਿਹੜਾ ਕੋਈ ਪੜ੍ਹਦਾ ਹੈ ਉਹਦੇ ਵਾਸਤੇ ਕਾਨੂੰਨ ਸਾਹਮਣੇ ਅੜ ਗਿਆ। ਕਿਤਾਬਾਂ ਨਾਲ ਸਿਉਂਕ ਦਾ ਰਿਸ਼ਤਾ ਪੱਕਾ। ਮੈਂ ਉਹਨੂੰ ਪੁੱਛਿਆ ਫਿਰ ਕਿਵੇਂ ਕਰਦਾ ਤੂੰ? ਕਿਤਾਬਾਂ ਕਿੱਥੋਂ ਲੈਣਾ ਹੁਣ? ਮੈਂ ਹੁਣ ਮੁੱਲ ਮੰਗਵਾ ਲੈਣਾ ਮਾਸਟਰ ਜੀ। ਸ਼ਹਿਰੋਂ ਕੋਈ ਆਉਂਦਾ ਜਾਂਦਾ ਲਿਆ ਦਿੰਦਾ। ਮੈਂ ਆਪ ਵੀ ਜਾਂਦਾ ਰਹਿਣਾ। ਸ਼ਹਿਰੋਂ ਮਿਲ ਜਾਂਦੀਆਂ ਨੇ, ਪਰ ਮੈਂ ਹੁਣ ਪੜ੍ਹਨਾ ਘੱਟ ਕਰਤਾ। ਦੁਕਾਨ ਦਾ ਕੰਮ ਬਹੁਤ ਰਹਿੰਦਾ ਹੈ। ਮਹੀਨੇ 'ਚ 1 ਕਿਤਾਬ ਪੜ੍ਹਦਾ। 1 ਕਿਤਾਬ ਦੇ ਹਿੱਸੇ ਦੀ ਰਕਮ ਮੈਂ ਅੱਡ ਕਰਕੇ ਰੱਖ ਲੈਣਾ ਹਰ ਮਹੀਨੇ। 1 ਕਿਤਾਬ ਤੈਨੂੰ ਹੁਣ ਥੋੜੀ ਨਹੀਂ ਲੱਗਦੀ? ਇਹ ਕਿਤਾਬਾਂ ਤਾਂ ਮਾਸਟਰ ਜੀ ਕਈ ਵਾਰ ਪੜ੍ਹਦਾ ਮੈਂ। ਪੁਰਾਣੀਆਂ ਸਭ ਮੇਰੇ ਕੋਲ ਪਈਆਂ ਨੇ। ਹੁਣ ਤਾਂ ਘਰੇ ਲਾਇਬ੍ਰੇਰੀ ਬਣਦੀ ਜਾਂਦੀ ਹੈ। ਉਸ ਦਿਨ ਬਹੁਤ ਵਧੀਆ ਅਹਿਸਾਸ ਲੈ ਕੇ ਮੈਂ ਉੱਥੋਂ ਆਇਆ। ਵਿਦਿਆਚਰਨ ਦੀ ਦੁਕਾਨ ਵੀ ਸਿਰੇ ਦੀ ਚੱਲ ਪਈ ਤੇ ਇਹ ਕਿ ਉਹ ਸਾਹਿਤ ਪੜ੍ਹਨ ਦੇ ਅਸਲ ਰਾਹ ਤੇ ਤੁਰਿਆ ਹੋਇਆ ਹੈ। ਇਸ ਵਾਰ ਵਿਦਿਆਚਰਨ ਹੁਣ ਮੈਨੂੰ 10-12 ਸਾਲਾਂ ਬਾਅਦ ਮਿਲਿਆ ਸੀ। ਇਸ ਦੌਰਾਨ ਉਹਨਾਂ ਦੇ ਪਿੰਡ ਜਾਣ ਦਾ ਕੋਈ ਮੌਕਾ ਨਹੀਂ ਬਣਿਆ ਤੇ ਨਾ ਕੋਈ ਬਹਾਨਾ। ਵਿਦਿਆਚਰਨ ਸਾਡੇ ਸ਼ਹਿਰ ਆਉਂਦਾ ਤਾਂ ਹੋਏਗਾ, ਪਰ ਉਹਦੇ ਨਾਲ ਕਦੇ ਵੀ ਮੇਲ ਨਾ ਹੋਇਆ। ਉਹ ਆਪਣੀ ਦੁਕਾਨ ਦਾ ਸਮਾਨ ਇੱਥੋਂ ਲਿਜਾਂਦਾ ਸੀ। ਉਹਨੂੰ ਸਿਨੇਮਾ ਦੇਖਣ ਦਾ ਸ਼ੌਕ ਸੀ। ਸਿਨੇਮਾ ਬਗੈਰ ਤਾਂ ਉਹ ਰਹਿ ਨਹੀਂ ਸਕਦਾ ਸੀ। ਸ਼ਾਇਦ ਉਹਨੂੰ ਇਹ ਪਤਾ ਨਾ ਹੋਵੇ ਕਿ ਮੈਂ ਹੁਣ ਇੱਥੇ ਹਾਂ, ਨਹੀਂ ਤਾਂ ਉਹ ਕਦੇ ਨਾ ਕਦੇ ਜ਼ਰੂਰ ਮੈਨੂੰ ਸਕੂਲ 'ਚ ਮਿਲਣ ਆਉਂਦਾ। ਉਹਨਾਂ ਦੇ ਪਿੰਡੋਂ ਮੇਰੀ ਬਦਲੀ ਕਿਸੇ ਹੋਰ ਸਕੂਲ 'ਚ ਹੋਈ ਸੀ। ਉੱਥੇ ਵੀ ਮੈਂ 6-7 ਸਾਲ ਰਹਿ ਆਇਆ ਸਾਂ। ਇਸ ਦੌਰਾਨ ਮੇਰੇ ਉੱਤੇ ਕਈ ਆਫਤਾਂ ਆ ਚੁੱਕੀਆਂ ਸਨ। ਮੇਰੀ ਪਹਿਲੀ ਪਤਨੀ ਮਰ ਗਈ। ਉਸ ਤੋਂ ਬਾਅਦ ਮੈਂ ਹੋਰ ਵਿਆਹ ਕਰਵਾ ਲਿਆ। ਮੇਰੀ ਮੌਜੂਦਾ ਪਤਨੀ ਕਿਸੇ ਦੂਜੇ ਸੂਬੇ ਦੀ ਹੈ, ਬੜੇ ਦੂਰ ਦੇ ਸੂਬੇ ਦੀ। ਖੈਰ ਹੁਣ ਤਾਂ ਸਭ ਬੀਤ ਗਿਆ ਹੈ। ਸਾਡਾ ਵਿਆਹ ਇੱਕ ਅਚਾਨਕ ਘਟਨਾ ਸੀ। ਨਾ ਤਾਂ ਇਹ ਪਿਆਰ ਵਿਆਹ ਸੀ, ਨਾ ਕੋਈ ਪਰੰਪਰਾ ਵਾਲਾ ਪ੍ਰਬੰਧਿਤ ਵਿਆਹ, ਪਰ ਇਹਨਾਂ ਦੋਵਾਂ ਦਾ ਕੁਝ ਵਿੱਚ ਵਿਚਾਲਾ ਜਿਹਾ।
ਇਹਨੂੰ ਪਰਸਪਰ ਸਮਝ ਵਾਲਾ ਵਿਆਹ ਕਹਿ ਸਕਦੇ ਹਾਂ, ਪਰ ਉਨੀ ਦਿਨੀ ਮੇਰੇ ਆਲੇ ਦੁਆਲੇ 'ਚ ਬੜੀਆਂ ਅਫਵਾਹਾਂ ਉੱਡੀਆਂ ਸਨ। ਕੋਈ ਕਹਿੰਦਾ ਸੀ ਕਿਧਰੋਂ ਹੀ ਕਿਸੇ ਕੁੜੀ ਨੂੰ ਭਜਾ ਕੇ ਲੈ ਆਇਆ, ਕੋਈ ਆਖਦਾ ਇਹਨੇ ਮੁੱਲ ਦੀ ਲਿਆਂਦੀ ਹੈ, ਕੋਈ ਅੰਦਾਜ਼ਾ ਲਾਉਂਦਾ ਤੇ ਐਲਾਨ ਕਰ ਦਿੰਦਾ ਛੁੱਟੜ ਜਾਂ ਵਿਧਵਾ ਹੋਣੀ ਹੈ, ਇਹਨੂੰ ਮਿਲ ਗਈ। ਉਹ ਦੁਖੀ ਹੁੰਦੀ ਆਖਦੀ ਸ਼ਾਇਦ ਆਪਾਂ ਤੋਂ ਕਿਧਰੇ ਗਲਤੀ ਹੋ ਗਈ। ਮੇਰੇ ਮਾਂ-ਬਾਪ ਨਜ਼ਦੀਕ ਹੁੰਦੇ ਤਾਂ ਸਾਡੇ ਘਰ ਦਾ ਕੋਈ ਨਾ ਕੋਈ ਕਦੇ ਮੈਨੂੰ ਮਿਲਣ ਆਉਂਦਾ। ਮੇਰੀਆਂ ਛੋਟੀਆਂ ਭੈਣਾਂ, ਮੇਰੇ ਭਾਈ, ਤਾਏ, ਚਾਚਿਆਂ ਦੇ ਮੁੰਡੇ ਆਉਂਦੇ, ਮਾਂ ਗੇੜਾ ਮਾਰਦੀ, ਬਾਪ ਕਦੇ ਆਉਂਦਾ, ਤਾਂ ਮੈਨੂੰ ਕਾਹਨੂੰ ਸੁਣਨੀਆਂ ਪੈਂਦੀਆਂ ਇਹ ਗੱਲਾਂ। ਵਿਦਿਆਚਰਨ ਨਾਲ ਮੈਂ ਹੱਥ ਮਿਲਾਇਆ ਤੇ ਉਹਨੂੰ ਮਖੌਲ ਜੇ ਕਰਨ ਲੱਗਿਆ। ਮੈਂ ਉਹਨੂੰ ਕਹਿਣ ਹੀ ਲੱਗਿਆ ਸੀ ਕਿ ਉਹ ਰਿਕਸ਼ੇ ਤੋਂ ਥੱਲੇ ਉਤਰ ਆਵੇ ਤੇ ਮੇਰੇ ਨਾਲ ਸਕੂਲ ਚੱਲੇ, ਉੱਥੇ ਜਾ ਕੇ ਚਾਹ ਪੀਵਾਂਗੇ। ਪਰ ਰਿਕਸ਼ਾ 'ਚ ਉਹਦੇ ਇੱਕ ਪਾਸੇ ਵਿਸਾਖੀਆਂ ਪਈਆਂ ਦੇਖ ਕੇ ਮੈਂ ਚੁੱਪ ਹੋ ਗਿਆ। ਮੈਂ ਵਿਸਾਖੀਆਂ ਨੂੰ ਹੀ ਹੱਥ ਲਾਇਆ। ਉਹਨੇ ਆਪਣੇ ਯੰਤਰ ਕੰਨਾਂ ਨੂੰ ਲਾ ਲਿਆ। ਦੱਸਣ ਲੱਗਿਆ ਮੇਰੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ, ਇੱਕ ਤਾਂ ਜਮਾਂ ਹੀ ਖੜ ਗਈ, ਆ ਦੂਜੀ ਕੁਛ ਠੀਕ ਹੈ, ਬਸ ਧਰਤੀ ਤੇ ਲੱਗ ਜਾਂਦੀ ਹੈ, ਪਰ ਵਿਸਾਖੀਆਂ ਪੂਰਾ ਕੰਮ ਦਿੰਦੀਆਂ ਨੇ। ਉਹਦੇ ਵੱਲ ਝਾਕ ਕੇ ਅੱਖਾਂ ਹੀ ਅੱਖਾਂ 'ਚ ਮੈਂ ਅਫਸੋਸ ਜ਼ਾਹਰ ਕੀਤਾ। ਫਿਰ ਪੁੱਛਿਆ ਕਾਰੋਬਾਰ ਦਾ ਕੀ ਹਾਲ ਹੈ। ਦੁਕਾਨ ਦਾ ਕੰਮ ਬਹੁਤ ਵਧਾ ਲਿਆ ਸੀ ਮੈਂ, ਸਟੇਸ਼ਨਰੀ ਦੇ ਨਾਲ ਬਿਜਲੀ ਦਾ ਸਮਾਨ ਵੀ ਪਾ ਲਿਆ। ਦੁਕਾਨ ਤੇ ਹੁਣ 2 ਨੌਕਰ ਕੰਮ ਕਰਦੇ ਨੇ। ਹੁਣ ਤਾਂ ਚੰਗੀ ਕਮਾਈ ਹੈ ਮਾਸਟਰ ਜੀ। ਚੰਗੀ ਸ਼ਬਦ ਉਹਨੇ ਜ਼ੋਰ ਦੇ ਕੇ ਬੋਲਿਆ। ਉਹ ਕਿਸੇ ਚਲਾਕ ਬਿੱਲੀ ਵਾਂਗ ਮੇਰੇ ਵੱਲ ਝਾਕ ਰਿਹਾ ਸੀ। ਉਹਦੀ ਨਜ਼ਰ 'ਚ ਥੋੜੀ ਗੁਸਤਾਖੀ ਵੀ ਦਿਸੀ ਮੈਨੂੰ। ਮੈਂ ਤਾਂ ਤੁਹਾਡੇ ਕੋਲ ਹੀ ਆਇਆ। ਉਹਨੇ ਅਧੀਨਗੀ ਜੀ ਦਿਖਾਈ। ਹਾਂ, ਸੇਵਾ ਦੱਸ, ਮੈਂ ਕਿਹਾ। ਤੁਸੀਂ ਹੋਰ ਸ਼ਾਦੀ ਕਰਵਾ ਲਈ? ਉਹਨੇ ਰਿਕਸ਼ੇ 'ਚ ਬੈਠੇ ਬੈਠੇ ਹੀ ਗੱਲ ਛੇੜੀ। ਹਾਂ, ਉਹ ਤਾਂ ਕਈ ਸਾਲ ਹੋ ਗਏ। ਹੁਣ ਤਾਂ ਇੱਕ ਬੱਚਾ ਵੀ ਆ ਉਹਦੇ ਕੋਲ। ਮੇਰੀ ਪਹਿਲੀ ਘਰ ਵਾਲੀ ਮਰ ਗਈ ਸੀ ਨਾ, ਫਿਰ ਇਹ ਸ਼ਾਦੀ ਕਰਾ ਲਈ ਸੀ। ਰੋਟੀ ਟੁੱਕ ਦਾ ਬੜਾ ਔਖਾ ਸੀ। ਮੈਂ ਸੁਣਿਆ ਤੁਸੀਂ ਉਹਨੂੰ ਕਿਸੇ ਯਤੀਮਖਾਨਿਓਂ ਲਿਆਂਦਾ ਸੀ। ਵਿਦਿਆਚਰਨ ਦੀ ਗੱਲ ਉੱਤੇ ਪਹਿਲਾਂ ਤਾਂ ਮੈਨੂੰ ਹਾਸੀ ਆਈ, ਫਿਰ ਗੁੱਸਾ, ਤੇ ਮੈਂ ਤਿੜਕ ਕੇ ਉਹਨੂੰ ਕਿਹਾ ਤੈਨੂੰ ਕਿਹਨੇ ਦੱਸਿਆ? ਮੈਨੂੰ ਕਿਤੋਂ ਪਤਾ ਲੱਗਿਆ, ਇਸੇ ਕਰਕੇ ਤਾਂ ਮੈਂ ਆਇਆ ਤੁਹਾਡੇ ਕੋਲ ਮਾਸਟਰ ਜੀ। ਉਹ ਮੁਸਕਰਾ ਰਿਹਾ ਸੀ। ਨਾ, ਇਹ ਗੱਲ ਤੈਨੂੰ ਕਹੀ ਕਿਹਨੇ? ਮੇਰੇ ਤਨ ਬਦਨ ਨੂੰ ਅੱਗ ਲੱਗੀ ਹੋਈ ਸੀ। ਸਾਲੇ ਲੋਕ ਪਹਿਲਾਂ ਤਾਂ ਕੋਈ ਮੁੱਲ ਦੀ ਕਹਿੰਦਾ ਸੀ, ਕੋਈ ਛੁੱਟੜ, ਕੋਈ ਵਿਧਵਾ, ਹੁਣੇ ਕਿਸੇ ਨੇ ਯਤੀਮਖਾਨੇ ਦੀ ਬਣਾ ਧਰੀ। ਧੀ ਦੇ ਯਾਰ ਨੇ। ਖੈਰ, ਮੈਨੂੰ ਵਿਦਿਆਚਰਨ ਦੀ ਅਗਲੀ ਗੱਲ ਜਾਣਨ ਦੀ ਉਤਸੁਕਤਾ ਸੀ। ਮੈਨੂੰ ਤਾਂ ਜੀ ਇੱਕ ਪੱਕੇ ਬੰਦੇ ਨੇ ਤੁਹਾਡੇ ਕੋਲ ਭੇਜਿਆ। ਮੈਂ ਕਿਹਾ ਲਓ, ਉਹ ਮਾਸਟਰ ਜੀ ਤਾਂ ਆਪਣੇ ਮਿੱਤਰ ਬੇਲੀ ਨੇ। ਸੱਚ ਪੁੱਛੇ ਮੇਰੀ ਦੁਕਾਨ ਤਾਂ ਉਹਨਾਂ ਨੇ ਹੀ ਚਲਵਾਈ ਸੀ। ਮੈਨੂੰ ਇੰਨੀਆਂ ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹੁੰਦੇ। ਮੈਂ ਤਾਂ ਉਹਨਾਂ ਦਾ ਗੁਣ ਨਹੀਂ ਭੁਲਾ ਸਕਦਾ। ਹੈਂ ਜੀ, ਉਹਦਾ ਸਾਰਾ ਸਰੀਰ ਜਿਵੇਂ ਪੰਘਰਿਆ ਪਿਆ ਹੋਵੇ। ਫਿਰ ਉਹ ਅੱਧ-ਕੁਦਾ ਹੋ ਕੇ ਕਹਿਣ ਲੱਗਾ, ਉੱਥੇ ਮੈਨੂੰ ਲੈ ਚੱਲੋ ਮਾਸਟਰ ਜੀ। ਕਿੱਥੇ? ਉਸ ਯਤੀਮਖਾਨੇ। ਤੁਸੀਂ ਤਾਂ ਸਭ ਵਾਕਫ ਹੋ। ਮੈਂ ਪੈਸੇ ਖਰਚ ਕਰ ਸਕਦਾ। ਮੇਰੇ ਕੋਲ 10,000 ਰੁਪਈਆ ਤਾਂ ਜਮ੍ਹਾਂ ਕੀਤਾ ਹੋਇਆ ਬੈਂਕ 'ਚ ਪਿਆ। ਆਪਾਂ ਪੂਰਾ ਖਰਚ ਕਰ ਸਕਦੇ ਹਾਂ ਮਾਸਟਰ ਜੀ, ਐਸੀ ਗੱਲ ਨਹੀਂ। ਵਿਦਿਆਚਰਨ ਦੀ ਉਮਰ ਮੈਂ ਕਦੇ ਨਹੀਂ ਪੁੱਛੀ ਸੀ, ਪਰ ਦੇਖਣ ਤੋਂ ਹੁਣ ਉਹ ਮੈਨੂੰ ਲੱਗਦਾ ਸੀ 45 ਤੋਂ 50 ਦੇ ਵਿਚਕਾਰ ਜ਼ਰੂਰ ਹੋਏਗਾ। ਉਹਦੇ ਕੰਨ ਬੰਦ ਸਨ, ਲੱਤਾਂ ਖੜ ਚੁੱਕੀਆਂ ਸਨ। ਬੰਦਾ ਨਾ ਬੰਦੇ ਦੀ ਸ਼ਕਲ, ਬਾਂਦਰ ਨਿਰਾ। ਪਹਿਲਾਂ ਮੈਨੂੰ ਉਹਦੀ ਇਸ ਗੱਲ ਉੱਤੇ ਗੁੱਸਾ ਆਇਆ, ਸਾਲਾ ਦੇਖੇ ਵੀ ਹੁਣ ਤੀਵੀਂ ਭਾਲਦਾ। ਫਿਰ ਤਰਸ, ਇੱਕ ਬਸ ਤੀਵੀਂ ਦੀ ਭੁੱਖ ਬਾਕੀ ਰਹਿ ਗਈ ਵਿਚਾਰੇ ਨੂੰ। ਮੈਂ ਉਹਨੂੰ ਪਿਆਰ ਨਾਲ ਸਮਝਾਇਆ, ਵਿਦਿਆਚਰਨ ਸੇਠ, ਤੈਨੂੰ ਕਿਸੇ ਨੇ ਗਲਤ ਆਖਿਆ, ਕਿਸੇ ਨੇ ਮਜ਼ਾਕ ਕੀਤਾ ਹੋਣਾ। ਮੈਂ ਕਿਸੇ ਯਤੀਮਖਾਨੇ ਨੂੰ ਨਹੀਂ ਜਾਣਦਾ। ਮੇਰੀ ਇਸ ਘਰ ਵਾਲੀ ਦੇ ਮਾਂ-ਬਾਪ, ਭੈਣ ਭਰਾ, ਰਿਸ਼ਤੇਦਾਰ ਸਭ ਨੇ। ਮੈਂ ਉਹਨੂੰ ਕਹਿਣਾ ਚਾਹੁੰਦਾ ਸੀ, ਤੀਵੀਂ ਜਿਹੜੀ ਕੋਈ ਤੂੰ ਲਿਆਉਣਾ ਚਾਹੁੰਦਾ ਹੈ, ਕੀ ਕਰੂਗੀ ਉਹ ਤੇਰਾ? ਪਰ ਇਹ ਮੈਂ ਉਹਨੂੰ ਆਖਿਆ ਨਹੀਂ। ਮੈਂ ਉਹਨੂੰ ਚਾਹ ਦੀ ਫੋਕੀ ਸੁਲਾ ਮਾਰੀ। ਨਹੀਂ ਮਾਸਟਰ ਜੀ, ਮਿਹਰਬਾਨੀ। ਮੇਰੇ ਵੱਲ ਝਾਕੇ ਬਗੈਰ ਉਹਨੇ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਰਿਕਸ਼ਾ ਪਛਾਂ ਮੋੜ ਲਵੇ। ਧੰਨਵਾਦ। ਅਗਲੀ ਕਹਾਣੀ ਹੈ ਪਰਛਾਵਿਆਂ ਦਾ ਮੋਹ। ਤੇ ਫਿਰ ਇੱਕ ਦਿਨ ਸਾਡਾ ਅਚਾਨਕ ਮੇਲ ਹੋ ਗਿਆ। ਅਸੀਂ ਇੱਕੋ ਬੱਸ 'ਚ ਚੜ੍ਹੇ ਸੀ। ਸਦਾ ਵਾਂਗ ਉਹਨੇ ਨਮਸਤੇ ਆਖੀ, ਹੱਥ ਮਿਲਾਇਆ ਤੇ ਬੱਸ 'ਚ ਬੈਠ ਗਿਆ। ਮੇਰੇ ਵੱਲ ਝਾਕਦਾ ਰਿਹਾ। ਉਹ ਅਗਲੀ ਸੀਟ ਤੇ ਬੈਠਾ ਸੀ ਤੇ ਮੈਂ ਮਗਰ ਸੀ। ਮੇਰੇ ਨਾਲ ਵਾਲੀ ਸੀਟ ਖਾਲੀ ਸੀ। ਥੋੜ੍ਹੇ ਚਿਰ ਬਾਅਦ ਹੀ ਉਹ ਉੱਠਿਆ ਤੇ ਮੇਰੇ ਨਾਲ ਆ ਕੇ ਬੈਠ ਗਿਆ। ਮੇਰਾ ਹਾਲ ਚਾਲ ਪੁੱਛਣ ਲੱਗਿਆ। ਘਰ ਪਰਿਵਾਰ ਦੀਆਂ ਗੱਲਾਂ ਕੀਤੀਆਂ। ਇਹ ਵੀ ਕਿ ਅੱਜ ਕੱਲ੍ਹ ਕਿੱਥੇ ਹੁੰਦੇ ਹੋ, ਕੀ ਕੰਮ ਕਰਦੇ ਹੋ। ਛੇਤੀ ਛੇਤੀ ਸਾਰੀਆਂ ਗੱਲਾਂ ਨਿਬੇੜ ਕੇ ਫਿਰ ਉਹਨੇ ਗੱਲ ਤੋਰੀ। ਤੁਸੀਂ ਕਹਾਣੀਆਂ ਵੀ ਲਿਖਦੇ ਹੋ? ਹਾਂ ਹਾਂ, ਬਹੁਤ। ਤੁਸੀਂ ਪੜ੍ਹੀ ਹੈ ਕਦੇ ਮੇਰੀ ਕੋਈ ਕਹਾਣੀ? ਮੈਨੂੰ ਉਹ ਸਾਹਿਤਿਕ ਰੁਚੀਆਂ ਵਾਲਾ ਬੰਦਾ ਲੱਗਿਆ। ਉਹਦੇ ਬਾਰੇ ਮੇਰੀ ਧਾਰਨਾ ਬਦਲਣ ਲੱਗੀ। ਮੈਨੂੰ ਉਹ ਚੰਗਾ ਲੱਗ ਰਿਹਾ ਸੀ। ਹਾਂਜੀ, ਅਖਬਾਰਾਂ ਰਸਾਲਿਆਂ 'ਚ ਪੜ੍ਹਦਾ ਰਿਹਾ ਮੈਂ ਤੁਹਾਡੀਆਂ ਕਹਾਣੀਆਂ। ਸਾਡੇ ਮੁੰਡੇ ਨੂੰ ਸ਼ੌਕ ਸੀ, ਉਹ ਲੈ ਆਉਂਦਾ ਹੁੰਦਾ
ਕਦੇ ਕਦੇ ਕੋਈ ਰਸਾਲਾ ਘਰੇ ਪੜ੍ਹਨ ਨੂੰ, ਅਖਬਾਰ ਤਾਂ ਨਿੱਤ ਪੜ੍ਹਦੇ ਹੀ ਆ। ਕਿੱਥੇ ਹੁੰਦਾ ਮੁੰਡਾ, ਕੀ ਕੰਮ ਕਰਦਾ? ਮੈਂ ਮੁੰਡੇ ਬਾਰੇ ਜਾਣਨਾ ਚਾਹਿਆ। ਜ਼ਰੂਰ ਉਹ ਵੀ ਸਾਹਿਤਕ ਹੋਏਗਾ, ਪੜ੍ਹਨ ਲਈ ਰਸਾਲੇ ਘਰ ਲੈ ਕੇ ਆਉਂਦਾ ਹੈ। ਓਵਰਸੀਅਰ ਸੀ ਜੀ, ਮਰ ਗਿਆ। ਰਾਜਪਾਲ ਗੱਲ ਕਰਦਾ ਕਰਦਾ ਉਦਾਸ ਹੋ ਗਿਆ। ਮਰ ਗਿਆ? ਕਿਵੇਂ ਮਰ ਗਿਆ? ਕਿੰਨੀ ਉਮਰ ਸੀ? ਮੈਨੂੰ ਰਾਜਪਾਲ ਨਾਲ ਹਮਦਰਦੀ ਹੋਈ। ਪਿਓ ਪੁੱਤ ਦੀਆਂ ਸਾਹਿਤਕ ਰੁਚੀਆਂ ਦੀ ਜਾਣਕਾਰੀ ਦਾ ਖਿਆਲ ਵਿਸਰ ਗਿਆ। ਮੈਂ ਉਹਦੇ ਮੁੰਡੇ ਬਾਰੇ ਹੋਰ ਕੁਝ ਜਾਣਨਾ ਚਾਹਿਆ, ਰਾਜਪਾਲ ਦੇ ਬਾਕੀ ਪਰਿਵਾਰ ਬਾਰੇ ਵੀ। ਰਾਜਪਾਲ ਦੀ ਆੜਤ ਦੀ ਦੁਕਾਨ ਸੀ। 4-5 ਪਿੰਡਾਂ ਦੇ ਲੋਕ ਉਹਦੀ ਦੁਕਾਨ ਤੇ ਆਉਂਦੇ। ਉਹਨਾਂ ਦਾ ਪਿਤਾ ਪੁਰਖੀ ਆੜਤ ਦਾ ਕੰਮ ਸੀ। ਪੁਰਾਣੀ ਪਰਚੋਂ ਬਣੀ ਹੋਈ ਸੀ। ਉਹ ਜਿਵੇਂ ਕਿਵੇਂ ਪੁਰਾਣੀ ਪੜਤ ਨੂੰ ਨਿਭਾਉਂਦਾ ਆ ਰਿਹਾ ਸੀ। ਉਹਦੇ 2 ਮੁੰਡੇ ਸਨ। ਵੱਡਾ ਉਹਦੇ ਨਾਲ ਦੁਕਾਨ ਤੇ ਬਹਿੰਦਾ ਤੇ ਮਹਾਜਣੀ ਕੰਮ 'ਚ ਮਾਹਰ ਸੀ। ਛੋਟੇ ਮੁੰਡੇ ਨਰੇਸ਼ ਨੂੰ ਉਹਨੇ ਓਵਰਸੀਅਰੀ ਦਾ ਕੋਰਸ ਕਰਵਾਇਆ। ਉਹ ਚਾਹੁੰਦਾ ਸੀ ਕਿ ਛੋਟਾ ਮੁੰਡਾ ਸਰਕਾਰੀ ਨੌਕਰੀ ਕਰੇ ਤੇ ਦੁਨੀਆ ਨੂੰ ਲੁੱਟ ਖਾਵੇ, ਮੌਜਾਂ ਕਰੇ। ਆੜਤ ਦਾ ਕੰਮ ਤਾਂ ਜੱਟਾਂ ਜ਼ਿਮੀਂਦਾਰਾਂ ਨਾਲ ਮੱਥਾ ਮਾਰਨ ਵਾਲੀ ਗੱਲ ਹੈ। ਬੈਂਕ 'ਚੋਂ ਪੈਸਾ ਲਿਆਂਦਾ, ਅਗਾਂਹ ਜੱਟਾਂ ਨੂੰ ਵੰਡ ਦਿੱਤਾ। ਫਸਲ ਮੌਕੇ ਸਣੇ ਵਿਆਜ ਦਿੱਤਾ, ਪੈਸਾ ਕੱਟ ਲਿਆ। ਅਗਲੇ ਦਿਨ ਜੱਟ ਫੇਰ ਖੜੇ ਦਾ ਖੜਾ। ਇਹ ਚੱਕਰ ਮੁੱਕਦਾ ਨਹੀਂ ਸੀ। ਜਿਸ ਜ਼ਿਮੀਂਦਾਰ ਦੇ ਪੈਸੇ ਨਾ ਮੁੜਦੇ, ਉਹਦੇ ਮਗਰ ਮਗਰ ਫਿਰਨਾ ਪੈਂਦਾ, ਖੱਜਲ ਖੁਆਰੀ ਹੁੰਦੀ। ਰਾਜਪਾਲ ਨੇ ਚਾਹਿਆ ਸੀ ਵੱਡਾ ਤਾਂ ਚਲੋ ਇਸ ਕੰਮ 'ਚ ਪੈ ਗਿਆ ਸੋ ਪੈ ਗਿਆ, ਛੋਟਾ ਐਸ਼ਾਂ ਕਰੇ। ਨਰੇਸ਼ ਤਾਂ ਉਹਨੇ ਠੋਕ ਵਜਾ ਕੇ ਦਾਜ ਦਹੇਜ ਲਿਆ, ਸਮਾਨ ਅੱਡ, ਨਗਦ ਪੈਸਾ, ਗੁਪਤੀ। ਕੁੜੀ BA ਪਾਸ ਸੀ। ਨਰੇਸ਼ ਦਾ ਮੁੱਲ ਇਸ ਕਰਕੇ ਵੀ ਵੱਧ ਗਿਆ ਸੀ ਕਿਉਂਕਿ ਉਹਨੂੰ ਨੌਕਰੀ ਮਿਲੀ ਹੋਈ ਸੀ। ਉਹ ਹਿਮਾਚਲ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਦਾ ਪੱਕਾ ਕਰਮਚਾਰੀ ਸੀ। ਉਹਦਾ ਮਹਿਕਮਾ ਵੀ ਸੜਕਾਂ ਦਾ ਸੀ। ਅੰਨੀ ਕਮਾਈ ਸੀ ਉਹਨੂੰ। ਠੇਕੇਦਾਰ ਘਰ ਆ ਕੇ ਨੋਟ ਫੜਾ ਜਾਂਦੇ। ਕੁੜੀ ਉਹਨੂੰ ਉੱਧਰੋਂ ਹਿਮਾਚਲ ਪ੍ਰਦੇਸ਼ 'ਚੋਂ ਹੀ ਮਿਲ ਗਈ ਸੀ। ਪੰਜਾਬੀ ਸਨ ਪਰ ਕਈ ਵਰ੍ਹਿਆਂ ਤੋਂ ਉੱਧਰ ਦੇ ਹੀ ਹੋ ਕੇ ਰਹਿ ਗਏ। ਰਾਜਪਾਲ ਨੇ ਦੱਸਿਆ ਕਿ ਵੱਡੇ ਮੁੰਡੇ ਤੋਂ ਬਾਅਦ ਉਹਦੇ 3 ਕੁੜੀਆਂ ਹੋਈਆਂ। ਕੁੜੀਆਂ ਤੋਂ ਛੋਟਾ ਸੀ ਇਹ ਨਰੇਸ਼। 3 ਕੁੜੀਆਂ ਦੇ ਵਿਆਹਾਂ ਉੱਤੇ ਖਰਚ ਜਿਹੜਾ ਹੋਇਆ, ਉਹਨੂੰ ਖੁੰਗਲ ਕਰਕੇ ਰੱਖਤਾ। ਕੁੜੀਆਂ ਨੂੰ ਉਹਨੇ ਪੂਰਾ ਸਮਾਨ ਦਿੱਤਾ। ਅਗਲਿਆਂ ਨੇ ਜਿੰਨਾ ਕਿਹਾ ਲਾਇਆ। ਕੇਰਾਂ ਤਾਂ ਖੁਸ਼ ਕਰਤੇ ਬਾਣੀਏ। ਉਹਨੂੰ ਉਮੀਦ ਸੀ ਕਿ ਨਰੇਸ਼ ਦੀ ਕਮਾਈ ਨਾਲ 3 ਕੁੜੀਆਂ ਉੱਤੇ ਲੱਗਿਆ ਪੈਸਾ ਵਾਪਸ ਆ ਜਾਏਗਾ, ਸਾਰੇ ਧੋਣੇ ਧੋਤੇ ਜਾਣਗੇ, ਪਰ ਐਸਾ ਨਹੀਂ ਹੋਇਆ। ਨਰੇਸ਼ ਦੀ ਬਹੂ ਬਹੁਤ ਚੁਸਤ ਚਲਾਕ ਸੀ, ਬੜੀ ਤੇਜ਼ ਸੀ। ਉਹਦੇ ਮਾਪੇ ਵੀ ਤਿੱਖੇ ਸਨ। ਵਿਆਹ ਹੁੰਦੇ ਹੀ ਉਹਨਾਂ ਨੇ ਮੁੰਡਾ ਵਸ 'ਚ ਕਰ ਲਿਆ। ਵਿਆਹ ਵੇਲੇ ਜਿਹੜਾ ਗੁਪਤ ਪੈਸਾ ਦਿੱਤਾ ਉਹ ਨਗਦ ਨਹੀਂ ਸੀ, ਚੈੱਕ ਸੀ, ਤੇ ਚੈੱਕ ਵੀ ਮੁੰਡੇ ਦੇ ਨਾਂ। 4 ਮਹੀਨੇ ਚੈੱਕ ਮੁੰਡੇ ਨੇ ਜਮ੍ਹਾਂ ਹੀ ਨਹੀਂ ਕਰਾਇਆ, ਨਾਲ ਲਈ ਫਿਰਦਾ ਰਿਹਾ। ਫਿਰ ਇੱਕ ਦਿਨ ਕਹਿੰਦਾ, ਮੇਰਾ ਪੈਸਾ ਜਦੋਂ ਮਰਜ਼ੀ ਜਮ੍ਹਾਂ ਕਰਾਵਾਂ। ਇੰਨੇ ਨੂੰ ਬਹੂ ਨੇ ਛੱਪਾ ਪਾ ਲਿਆ ਮੁੰਡੇ ਤੇ। ਉਹਨੇ ਕਦੇ ਵੀ ਕੋਈ ਪੈਸਾ ਘਰ ਨਹੀਂ ਭੇਜਿਆ। ਮਜਾਲ ਹੈ ਕਦੇ ਹੱਥ ਉੱਤੇ ਥੁੱਕਿਆ ਵੀ ਹੋਵੇ। ਸਮਾਨ ਜਿਹੜਾ ਵਿਆਹ ਵੇਲੇ ਦਿੱਤਾ ਸੀ ਸਭ ਉੱਥੇ ਸੀ। ਰੰਗਦਾਰ TV, ਫਰਿੱਜ, ਸਕੂਟਰ, ਗੋਦਰੇਜ ਦੀ ਅਲਮਾਰੀ, ਕੂਲਰ ਵੀ, VCR, ਇੱਕ ਵੀ ਚੀਜ਼ ਸਾਡੇ ਕੋਲ ਨਹੀਂ ਆਈ। ਕਿਰਾਏ ਦਾ ਮਕਾਨ ਸੀ, ਉੱਥੇ ਹੀ ਰਹੀਆਂ ਸਭ ਚੀਜ਼ਾਂ। ਸਾਨੂੰ ਉਹਨਾਂ ਦਾ ਕੀ ਭਾਅ ਬਈ। ਰਾਜਪਾਲ ਕਹਿ ਰਿਹਾ ਸੀ ਕਿ ਚਲੋ ਮੁੰਡਾ ਤਾਂ ਮੇਰਾ ਹੀ ਸੀ, ਨਹੀਂ ਦਿੰਦਾ ਸੀ ਕੋਈ ਪੈਸਾ ਮੈਨੂੰ, ਨਾ ਸਹੀ। ਮੈਨੂੰ ਤਾਂ ਇੰਨੀ ਖੁਸ਼ੀ ਬਹੁਤ ਸੀ ਕਿ ਮੇਰਾ ਮੁੰਡਾ ਪੈਸੇ ਵਾਲਾ ਹੋ ਗਿਆ। ਅਸੀਂ ਵਕਤ ਕੱਟਿਆ। ਚਲੋ ਉਹ ਤਾਂ ਐਸ਼ ਕਰੇਗਾ, ਕਦੇ ਤਾਂ ਸਮਝੇਗਾ, ਕਦੇ ਤਾਂ ਮੱਤ ਆਏਗੀ ਕਿ ਮੇਰਾ ਬਾਪ ਹੈ, ਪੜ੍ਹਾਇਆ ਲਿਖਾਇਆ ਸੀ। ਸਮਾਨ ਦਾ ਕੀ ਸੀ, ਉਹਨੂੰ ਦਿੱਤਾ ਸੀ, ਉਹਦੇ ਕੋਲ ਹੈ। ਅਸੀਂ ਕੀ ਕਰਨਾ ਸੀ ਸਮਾਨ ਦਾ? ਉਹਦਾ ਹੈ, ਵਰਤੇ ਆਪਣਾ। ਅਸੀਂ ਬੱਸ ਦਾ ਅੱਧਾ ਸਫ਼ਰ ਮੁਕਾ ਚੁੱਕੇ ਸੀ। ਉਹ ਮੁੰਡੇ ਦੀ ਗੱਲ ਲਮਕਾ ਰਿਹਾ ਲੱਗਿਆ। ਗੱਲ ਤਾਂ ਇੰਨੀ ਸੀ ਕਿ ਮੁੰਡਾ ਪੜ੍ਹਾਇਆ ਲਿਖਾਇਆ, ਓਵਰਸੀਅਰ ਦੀ ਵਧੀਆ ਨੌਕਰੀ ਮਿਲ ਗਈ, ਕਮਾਈ ਵਾਲੀ ਥਾਂ ਸੀ, ਸਹੁਰਿਆਂ ਨੇ ਦਿੱਤਾ ਬਹੁਤ, ਬਹੂ ਚੁਸਤ ਚਲਾਕ ਸੀ। ਮੁੰਡਾ ਮਰ ਗਿਆ, ਬਹੁਤ ਵੱਡਾ ਦੁੱਖ ਹੈ। ਮੁੰਡਾ ਮਰੇ ਦਾ ਕਿਹਨੂੰ ਦੁੱਖ ਨਹੀਂ ਹੁੰਦਾ। ਮੈਂ ਗੱਲ ਨੂੰ ਸੰਖੇਪ ਕਰਨਾ ਚਾਹਿਆ। ਉਹ ਮਰ ਕਿਵੇਂ ਗਿਆ? ਇਹ ਵੀ ਕੀ ਆਖ ਸਕਦੇ ਹਾਂ ਭਾਈ ਸਾਹਿਬ, ਖਬਰੇ ਮਰ ਗਿਆ ਜਾਂ ਮਾਰਤਾ। 20 ਦਿਨ ਹਸਪਤਾਲ ਰਿਹਾ, ਕੋਈ ਬਿਮਾਰੀ ਦਾ ਭੇਤ ਨਹੀਂ ਆਇਆ। 10 ਦਿਨ ਤਾਂ ਕਿਸੇ ਨੇ ਖਬਰ ਹੀ ਨਹੀਂ ਕੀਤੀ। ਪਤਾ ਲੱਗੇ ਤੋਂ ਗਏ ਅਸੀਂ, ਮੈਂ ਤੇ ਮੇਰੀ ਘਰ ਵਾਲੀ ਰਹੇ ਉਹਦੇ ਕੋਲ। ਪਹਿਲਾਂ ਤਾਂ ਸਹੁਰੀ ਗੇੜਾ ਜਿਹਾ ਮਾਰ ਜਾਂਦੀ ਸੀ, ਫਿਰ ਆਉਣਾ ਹੀ ਹਟ ਗਈ। ਇੱਕ ਦਿਨ ਪਹਿਲਾਂ ਘਰੇ ਲੈ ਗਏ ਸੀ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਰਾਤ ਨੂੰ ਤੁਰ ਗਿਆ ਬਸ। ਸਹੁਰੀ ਨੇ ਹਿੰਜ ਨਹੀਂ ਸਿੱਟੀ ਕੋਈ, ਦੂਰ ਸੀ, ਉੱਥੇ ਹੀ ਫੂਕ ਆਏ। ਫਿਰ ਇੱਥੇ ਲਿਆ ਕੇ ਵੀ ਤਾਂ ਫੂਕਣਾ ਹੀ ਸੀ। ਬਸ ਜੀ, ਸਹੁਰੀ ਨੇ ਭੂਰਾ ਵੀ ਨਹੀਂ ਡੀਕਿਆ, ਸਾਂਭਣ ਤੇ ਹੋ ਗਈ। ਭੋਗ ਤੋਂ ਅਗਲੇ ਦਿਨ ਹੀ ਸਾਨੂੰ ਘਰੋਂ ਕੱਢਤਾ। ਆਖੇ ਤੁਹਾਡਾ ਕੀ ਹੈ ਹੁਣ ਇੱਥੇ? ਸਮਾਨ ਮੇਰਾ, ਮੇਰੇ ਮਾਪਿਆਂ ਨੇ ਦਿੱਤਾ ਸੀ। ਫਿਰ ਤਾਂ ਬੜੀ ਮਾੜੀ ਨਿਕਲੀ, ਜ਼ਾਲਮ ਸੀ ਉਹ ਤੁਹਾਡੀ ਨੂੰ। ਜ਼ਾਲਮ ਵਰਗੀ ਜ਼ਾਲਮ, ਜਮਾਂ ਚੰਡਾਲਣੀ, ਮੁੰਡਾ ਖਾ ਗਈ ਸਾਡਾ। ਰਾਜਪਾਲ ਅੱਤ ਦੁਖੀ ਸੀ। ਅਸੀਂ ਚੁੱਪ ਹੋ ਗਏ। ਮੈਂ ਅੱਖਾਂ ਮੀਟ ਕੇ ਸਾਹਮਣੇ ਵਾਲੀ ਸੀਟ ਤੇ ਡੰਡੇ ਨਾਲ ਮੱਥਾ ਲਾ ਲਿਆ।
ਅਗਲਾ ਅੱਡਾ ਆਇਆ ਤਾਂ ਮੈਂ ਸਵਾਰੀਆਂ ਦੀ ਉਤਰਾਈ ਚੜ੍ਹਾਈ ਦੇਖਣ ਲੱਗਿਆ। ਰਾਜਪਾਲ ਵੱਲ ਮੇਰਾ ਬਿਲਕੁਲ ਧਿਆਨ ਨਹੀਂ ਸੀ। ਸਮਝ ਲਿਆ ਸੀ ਕਿ ਗੱਲ ਮੁੱਕ ਗਈ ਤੇ ਬਸ। ਪਰ ਉਹਨੇ ਮੇਰੇ ਮੋਢੇ ਨੂੰ ਹੱਥ ਲਾਇਆ ਤਾਂ ਮੈਂ ਚੌਂਕ ਕੇ ਉਹਦੇ ਚਿਹਰੇ ਵੱਲ ਝਾਕਣ ਲੱਗਿਆ। ਉਹਦੀਆਂ ਅੱਖਾਂ 'ਚ ਤਪਸ਼ ਸੀ। ਬੋਲਿਆ, ਫਿਰ ਬੱਚਾ ਸੀ ਪੇਟ 'ਚ 4 ਮਹੀਨੇ ਦਾ, ਉਹ ਕਢਾਤਾ। ਮੁੰਡਾ ਤਾਂ ਚਲੋ ਮੁੱਕ ਗਿਆ ਸੀ ਸਾਡਾ, ਉਹਦੀ ਨਿਸ਼ਾਨੀ ਤਾਂ ਰਹਿ ਜਾਂਦੀ ਜੱਗ ਤੇ, ਉਹ ਵੀ ਖਤਮ। ਚੱਲ ਛੱਡ ਰਾਜਪਾਲ, ਜਦੋਂ ਤੇਰਾ ਮੁੰਡਾ ਨਹੀਂ ਰਿਹਾ ਤੈਂ ਉਹਦਾ ਜਵਾਕ ਕੀ ਕਰਨਾ ਸੀ? ਮੈਂ ਆਪਣੇ ਮਨ 'ਚ ਕਿਹਾ। ਠੀਕ ਕੀਤਾ ਉਹਨੇ, ਹੁਣ ਉਹ ਨਵਾਂ ਵਿਆਹ ਕਰਾ ਸਕੇਗੀ। ਬੰਦੇ ਦੇ ਨਾਲ ਤਾਂ ਮੁੱਕਿਆ ਨਹੀਂ ਜਾਂਦਾ, ਉਹਨੇ ਆਪਣੀ ਜ਼ਿੰਦਗੀ ਅਗਾਂਹ ਵੀ ਤਾਂ ਤੋਰਨੀ ਸੀ। ਜਿੰਨਾ ਪੈਸਾ ਜਮ੍ਹਾਂ ਸੀ ਨਰੇਸ਼ ਦਾ ਸਾਰਾ ਕਢਵਾ ਲਿਆ। ਪਤਾ ਨਹੀਂ 2 ਲੱਖ ਸੀ, ਪਤਾ ਨਹੀਂ 4 ਲੱਖ ਸੀ, ਖਬਰੇ ਕਿੰਨਾ ਸੀ। ਮੈਂ ਤਾਂ ਪਤਾ ਕਰ ਲਿਆ, ਕੱਖ ਨਹੀਂ ਉਹਦੇ ਨਾਂ ਹੁਣ ਕੁਛ ਕਿਸੇ ਬੈਂਕ 'ਚ। ਇੱਕ ਸਾਲੇ ਕਾਨੂੰਨ ਇਹੋ ਜਿਹੇ ਬਣ ਗਏ, ਘਰ ਵਾਲੀ ਦੇ ਨਾਂ ਹੋ ਜਾਂਦਾ ਸਭ। ਅਸੀਂ ਉਹਨੂੰ ਜੰਮਿਆ ਪਾਲਿਆ ਪੜ੍ਹਾਇਆ ਲਿਖਾਇਆ, ਸਾਡਾ ਭਲਾ ਹੱਕ ਨਹੀਂ ਸੀ ਬਣਦਾ ਕੋਈ? ਉਹਦਾ ਤਪਿਆ ਚਿਹਰਾ ਦੱਸਦਾ ਸੀ ਕਿ ਉਹ ਪੈਸੇ ਦੇ ਮਾਮਲੇ 'ਚ ਸਭ ਤੋਂ ਵੱਧ ਦੁਖੀ ਹੈ। ਹੁਣ ਕੀ ਕਰਦੀ ਹੈ ਉਹ? ਘਰੇ ਹੀ ਹੈ ਆਪਣੇ ਮਾਪਿਆਂ ਕੋਲ, ਜਾਂ ਹੋਰ ਸ਼ਾਦੀ ਕਰਾ ਲਈ ਕੋਈ? ਸ਼ਾਦੀ ਨਹੀਂ ਕਰਾਈ, ਉਸੇ ਮਕਾਨ 'ਚ ਹੈ, ਨਰੇਸ਼ ਵਾਲੇ 'ਚ। ਸਮਾਨ ਦਾ ਡਾਲ ਨਹੀਂ ਹਿੱਲਣ ਦਿੰਦੀ ਕਿਧਰੇ। ਮਾਪਿਆਂ ਨੂੰ ਨਹੀਂ ਦਿੰਦੀ, ਮਾਪਿਆਂ ਨੂੰ ਕਿਹੜਾ ਦਿੰਦੀ ਹੈ? ਨਰੇਸ਼ ਦੀ ਜਗ੍ਹਾ ਨੌਕਰੀ ਵੀ ਲੈ ਲਈ, ਉਸੇ ਮਹਿਕਮੇ 'ਚ ਕਲਰਕ ਹੈ ਹੁਣ। ਮੌਜਾਂ ਕਰਦੀ ਹੈ, ਖਬਰੇ ਕੀ ਕਰਦੀ ਹੈ, ਕਹਿ ਨਹੀਂ ਸਕਦੇ। ਨੂੰਹ ਹੈ ਫਿਰ ਵੀ ਚੁਸਤ ਹੈ। ਫਿਰ ਤਾਂ ਮੈਂ ਕਿਹਾ ਚੁਸਤ ਵਰਗੀ ਚੁਸਤ। ਨਰੇਸ਼ ਕੋਈ ਯਾਦ ਨਹੀਂ ਹੁਣ ਉਹਨੂੰ ਕੋਈ ਦੁੱਖ ਨਹੀਂ ਉਹਦੇ ਮਾਰੇ ਦਾ। ਮੇਰੇ ਵੱਲ ਮੂੰਹ ਕਰਕੇ ਫੇਰ ਕਹਿਣ ਲੱਗਿਆ, ਚਲੋ ਬੱਚਾ ਵੀ ਗਿਰਾਤਾ, ਕੋਈ ਗੱਲ ਨਹੀਂ, ਮੁੰਡੇ ਦੀ ਥਾਂ ਨੌਕਰੀ ਮਿਲ ਗਈ, ਕਾਨੂੰਨ ਹੈ ਮਿਲਣੀ ਸੀ। ਪਰ ਪੈਸਾ ਜਿਹੜਾ ਜਮ੍ਹਾਂ ਸੀ ਬੈਂਕਾਂ 'ਚ ਜਾਂ ਕਿਧਰੇ ਵੀ ਉਹਦਾ ਰੱਖਿਆ ਵਿਆ, ਉਹਦੇ 'ਚ ਸਾਡਾ ਵੀ ਹੱਕ ਸੀ। ਇਹ ਮਾੜਾ ਕੀਤਾ ਸਹੁਰੀ ਨੇ, ਕੁਝ ਵੀ ਨਾ ਸੋਚਿਆ। ਓਏ ਪੈਸਾ ਮੁੱਕ ਹੋ ਗਿਆ ਉਹਨੂੰ ਭਾਈ। ਰਾਜਪਾਲ ਕੀ ਗੱਲਾਂ ਕਰਦਾ ਤੂੰ? ਪੈਸੇ ਕਰਕੇ ਸਭ ਰਿਸ਼ਤੇ ਨਾਤੇ ਟੁੱਟ ਜਾਂਦੇ ਆ, ਦੁਨੀਆ ਪੈਸੇ ਦੀ ਹੈ। ਮੈਂ ਗੱਲ ਉੱਤੇ ਪੋਚਾ ਫੇਰਤਾ। ਅਗਲਾ ਅੱਡਾ ਆਇਆ, ਮੈਂ ਪਿਸ਼ਾਬ ਕਰਨ ਲਈ ਥੱਲੇ ਉਤਰ ਗਿਆ। ਮੁੜ ਕੇ ਚੜ੍ਹਿਆ, ਮੇਰੀ ਸੀਟ ਉੱਤੇ ਇੱਕ ਜਨਾਨੀ ਬੈਠੀ ਸੀ। ਰਾਜਪਾਲ ਨੇ ਉਹਨੂੰ ਬਿੰਦ ਦੀ ਬਿੰਦ ਬਿਠਾ ਲਿਆ ਹੋਏਗਾ। ਜਨਾਨੀ ਦੀ ਗੋਦੀ ਛੋਟਾ ਜਵਾਕ ਸੀ। ਮੈਨੂੰ ਦੇਖ ਕੇ ਰਾਜਪਾਲ ਨੇ ਉਸ ਜਨਾਨੀ ਨੂੰ ਉੱਠਣ ਲਈ ਕਿਹਾ, ਪਰ ਮੈਂ ਹੱਥ ਮਾਰ ਦਿੱਤਾ। ਬੈਠੋ ਭਾਈ ਬੈਠੋ, ਮੈਂ ਇੱਧਰ ਦੇਖ ਲੈਣਾ। 2 ਸਵਾਰੀਆਂ ਨੂੰ ਪਾਸਾ ਮਰਵਾ ਕੇ ਮੈਂ ਨਿੱਕੀ ਜਿੰਨੀ ਥਾਂ ਤੇ ਟਿਕ ਗਿਆ। ਦੂਜੀ ਸਵਾਰੀ ਪਤਲਾ ਜਿਹਾ ਮੁੰਡਾ ਸੀ। ਇੱਕ ਧੌਣ ਭੰਵਾ ਕੇ ਮੈਂ ਰਾਜਪਾਲ ਵੱਲ ਝਾਕਿਆ ਤਾਂ ਉਹ ਨਾਲ ਬੈਠੀ ਜਨਾਨੀ ਵੱਲ ਦੇਖ ਦੇਖ ਦੁਖੀ ਹੋ ਰਿਹਾ ਸੀ। ਚਾਹੇ ਮੈਂ ਤੰਗ ਬੈਠਾ ਸੀ, ਪਰ ਰਾਜਪਾਲ ਦੀ ਅੰਤਹੀਣ ਵਾਰਤਾ ਤੋਂ ਖਹਿੜਾ ਛੁਡਾ ਕੇ ਖਾਸੀ ਰਾਹਤ ਮਿਲ ਗਈ। ਉਹ ਆਪਣੇ ਮੁੰਡੇ ਨੂੰ ਨਹੀਂ, ਪੈਸੇ ਨੂੰ ਕਲਪ ਰਿਹਾ ਸੀ। ਨੂੰਹ ਉੱਤੇ ਕਿੰਨਾ ਖਿਝ ਰਿਹਾ। ਨੂੰਹ ਜਿਵੇਂ ਡਾਕੂ ਹੋਵੇ, ਦੈਂਤਣੀ ਹੋਵੇ ਕੋਈ। ਮੁੰਡਾ ਖਾ ਗਈ ਸੋ ਖਾ ਗਈ, ਪੈਸਾ ਕਿਉਂ ਖਾਧਾ, ਐਨੇ ਨੂੰ ਸਾਡਾ ਸ਼ਹਿਰ ਆ ਗਿਆ। ਮੈਂ ਕਾਹਲ ਨਾਲ ਉਤਰ ਕੇ ਰਿਕਸ਼ਾ ਲੈਣਾ ਚਾਹਿਆ, ਪਰ ਉਹ ਤਾਂ ਮੇਰੇ ਨਾਲ ਹੀ ਆ ਖੜਾ, ਮੇਰੀ ਛਾਂ ਵਾਂਗ ਆਖ ਰਿਹਾ ਸੀ, ਮੈਂ ਵੀ ਉੱਧਰ ਹੀ ਜਾਣਾ, ਇੱਕ ਰਿਕਸ਼ਾ ਕਰ ਲੈਂਦੇ ਹਾਂ। ਰਿਕਸ਼ੇ 'ਚ ਜਾ ਰਹੇ ਸੀ, ਕੋਈ ਗੱਲ ਨਹੀਂ ਕਰ ਰਹੇ ਸੀ, ਗੱਲਾਂ ਬਹੁਤ ਹੋ ਗਈਆਂ ਸੀ। ਬਾਕੀ ਹੁਣ ਕੀ ਰਹਿ ਗਿਆ ਸੀ? ਪਰ ਉਹ ਤੋਂ ਰਿਹਾ ਨਾ ਗਿਆ। ਬੋਲ ਉੱਠਿਆ, ਤੁਸੀਂ ਮੇਰਾ ਇੱਕ ਕੰਮ ਕਰ ਦਿਓ। ਤੁਸੀਂ ਵਿਦਵਾਨ ਹੋ, ਗਿਆਨਵਾਨ ਹੋ, ਕਹਾਣੀਆਂ ਲਿਖਦੇ ਹੋ, ਇਹ ਵੀ ਲਿਖ ਦਿਓ। ਕਹਾਣੀ ਲਿਖਣ ਨਾਲ ਕੀ ਹੋ ਜੂ ਰਾਜਪਾਲ? ਸ਼ਹਿਰ ਦੇ ਬੰਦੇ ਲੈ ਕੇ ਗਿਆ ਸੀ, ਰਿਸ਼ਤੇਦਾਰੀਆਂ ਮੈਂ ਢੋਤੀਆਂ, ਮੁਕੱਦਮਾ ਕਰਨ ਦੀ ਧਮਕੀ ਵੀ ਦਿੱਤੀ। ਚਾਹੇ ਕੋਈ ਕਾਨੂੰਨ ਮੇਰੇ ਹੱਕ 'ਚ ਨਹੀਂ ਖੜਦਾ। ਤੁਸੀਂ ਕਹਾਣੀ ਲਿਖ ਦਿਓ, ਛਪਾਉਣ ਦੇ ਜਿੰਨੇ ਪੈਸੇ ਲੱਗਣਗੇ ਖਰਚ ਸਾਰਾ ਮੈਂ ਕਰੂੰ। ਤੁਸੀਂ ਪੈਸਿਆਂ ਦੀ ਪਰਵਾਹ ਨਾ ਕਰੋ। ਮੈਂ ਚਾਹੁੰਦਾ ਦੁਨੀਆ ਨੂੰ ਪਤਾ ਲੱਗੇ ਵੀ ਉਹਨੇ ਕੀ ਕੀਤਾ ਸਾਡੇ ਨਾਲ। ਮੈਂ ਉਸ ਕੁੱਤੀ ਨੂੰ ਬਦਨਾਮ ਕਰਨਾ ਚਾਹੁੰਦਾ। ਮੇਰੀ ਗਲੀ ਆ ਗਈ। ਰਿਕਸ਼ੇ 'ਚ ਉਤਰ ਕੇ ਮੈਂ ਉਹਨੂੰ ਸਮਝਾਇਆ, ਰਾਜਪਾਲ ਤੇਰਾ ਮੁੰਡਾ ਤਾਂ ਹੁਣ ਮੁੜ ਨਹੀਂ ਸਕਦਾ। ਕਹਾਣੀਆਂ 'ਚ ਕੀ ਧਰਿਆ ਪਿਆ ਹੈ ਯਾਰ, ਸਬਰ ਕਰ ਬਸ। ਪਰ ਉਹਦੀ ਤਸੱਲੀ ਨਹੀਂ ਹੋਈ। ਰਿਕਸ਼ੇ 'ਚ ਇਕੱਲਾ ਬੈਠਾ ਜਾ ਰਿਹਾ ਉਹ ਮੇਰੇ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਝਾਕ ਰਿਹਾ ਸੀ। ਧੰਨਵਾਦ।